पंजाब टीवी वेख रहे सारे दर्शकों को प्यार भरी सत श्री अकाल ते मैं हरकेश सिंह राणा। इस वेले की जो बड़ी खबर असी लैके आए हैं नंगल शहर तो, जे असी गल करिए नंगल शहर दे विच कुष्ठ आश्रम नूं लैके बड़ी जजमेंट आ चुकी है हाई कोर्ट की। इस संबंध दे विच गल करन लई साडे नाल पंजाब ते हरियाणा दा हाई कोर्ट दे जो सीनियर वकील ने एडवोकेट विनीत जी साडे नाल मौजूद रहे। सर, जानना चाहांगे कि इस वेले जो बड़ी राहत बड़ा फैसला हाई कोर्ट दा कुष्ठ आश्रम दे चलदे होए आया है जी, की मामला सीगा, की फैसला आया है जी? सर, इस तरह सीगा कि 2017 ਵਿੱਚ ਜਿਸ ਟਾਈਮ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਨਾ ਇਹਨਾਂ ਨੂੰ ਨੋਟਿਸ ਆਏ ਨੇ ਡਿਪਾਰਟਮੈਂਟਸ ਤੇ ਕਿ ਤੁਹਾਡੀ ਜਿਹੜੀ ਲੈਂਡ ਹੈਗੀ ਹੈ, ਤੁਹਾਡਾ ਆਸ਼ਰਮ ਹੈ, ਇਹ ਓਵਰਬ੍ਰਿਜ ਦੇ ਵਿੱਚ ਫਾਲ ਕਰ ਗਿਆ ਹੈ, ਇਸ ਕਰਕੇ ਤੁਸੀਂ ਆਸ਼ਰਮ ਖਾਲੀ ਕਰ ਦਿਓ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਮੀਟਿੰਗ ਕਰਕੇ ਕੁਸ਼ਟ ਆਸ਼ਰਮ ਦੇ ਵਸਨੀਕਾਂ ਨੇ ਜਿਹੜੇ ਲੋਕਲ ਅਥਾਰਟੀਜ਼ ਨੇ ਉਹਨਾਂ ਨੂੰ ਅਪਰੋਚ ਕੀਤਾ, ਜਿਵੇਂ ਕਿ BBMB ਤੇ ਆਪਣਾ SDM ਸਾਹਿਬ, ਉਹਨਾਂ ਨੇ ਇਹਨਾਂ ਨੇ ਲੈਟਰਸ ਭੇਜੇ ਕਿ ਸਰ ਇੱਦਾਂ ਕਰਕੇ ਜਿੱਥੇ ਆਪਾਂ ਇਸ ਟਾਈਮ ਰਹਿ ਰਹੇ ਨੇ ਉਹ ਜਗ੍ਹਾ ਆਪਣੇ ਐਕੁਜੀਸ਼ਨ 'ਚ ਆ ਗਈ ਹੈ ਅਤੇ ਸਾਨੂੰ ਕੋਈ ਅਲਟਰਨੇਟਿਵ ਲੈਂਡ ਤੁਸੀਂ ਅਲਾਟ ਕਰ ਦਿਓ ਜਾਂ ਸਾਨੂੰ ਅਲਟਰਨੇਟਿਵ ਅਕੋਮੋਡੇਸ਼ਨ ਦੇ ਦਿਓ ਸੋ ਦੈਟ ਅਸੀਂ ਸ਼ਿਫਟ ਕਰ ਜਾਈਏ ਔਰ ਪੁਲ ਹੈ ਜਿਹੜਾ ਆਪਣੇ ਤਰੀਕੇ ਨਾਲ ਬਣ ਜਾਏ। 2017 ਬਟ ਉਸ ਚੀਜ਼ ਦਾ ਕੋਈ ਰਿਪਲਾਈ ਨਹੀਂ ਦਿੱਤਾ ਉਹਨਾਂ ਨੇ, ਅਤੇ 2017 ਤੋਂ ਇਹੀ ਸਿਲਸਿਲਾ ਚੱਲਦਾ ਰਿਹਾ। ਬਾਰ-ਬਾਰ ਅਥਾਰਟੀਜ਼ ਨੂੰ ਅਪਰੋਚ ਕਰਦੇ ਰਹੇ, ਚਿੱਠੀਆਂ ਲਿਖਦੇ ਰਹੇ ਕਿ ਜੀ ਸਾਨੂੰ ਇੱਦਾਂ ਕਰਕੇ ਨੋਟਿਸਸ ਆ ਰਹੇ ਨੇ ਛੱਡਣ ਖਾਲੀ ਕਰਨ ਦੇ, ਅਤੇ ਅਸੀਂ ਤਿਆਰ ਵੀ ਹੈਗੇ ਨੇ, ਸਾਨੂੰ ਕੋਈ ਅਲੱਗ ਜਗ੍ਹਾ ਦੇ ਦਿਓ ਇਸ ਲਈ। ਬਟ ਉਹੀ ਗੱਲ ਕਿ ਇਸ ਤਰ੍ਹਾਂ ਕਰਦੇ ਕਰਦੇ 2020 ਆ ਗਿਆ, ਉਹ ਸਿਚੁਏਸ਼ਨ ਸੇਮ ਰਹੀ। 2020 ਵਿੱਚ ਅਗੇਨ PWD ਦੇ ਨੋਟਿਸਿਸ ਆਏ ਕਿ ਤੁਸੀਂ 15 ਦਿਨ ਦੇ ਅੰਦਰ ਖਾਲੀ ਕਰੋ। ਇਹਨਾਂ ਨੇ ਫਿਰ ਉਹਨੂੰ ਜਵਾਬ ਬਣਾ ਕੇ ਭੇਜਿਆ ਕਿ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਹੋਰ ਕੋਈ ਜਗ੍ਹਾ ਰਹਿਣ ਦਾ ਤਰੀਕਾ ਨਹੀਂ ਹੈ, ਨਾ ਕੋਈ ਸਾਧਨ ਹੈ, ਅਤੇ ਸਾਨੂੰ ਤੁਸੀਂ ਲੈਂਡ ਦੇ ਦਿਓ ਅਤੇ ਆਪਾਂ ਉੱਥੇ ਚਲੇ ਜਾਵਾਂਗੇ। ਅਤੇ ਨਾਲ ਹੀ ਇਹਨਾਂ ਨੇ BBMP ਨੂੰ ਵੀ ਅਪਰੋਚ ਕੀਤਾ ਕਿ ਤੁਹਾਡੇ ਪਾਸ ਕਾਫੀ ਜਿਹੜੇ ਕੁਆਟਰਸ ਵਗੈਰਾ ਹੈਗੇ ਨੇ, ਅਕੋਮੋਡੇਸ਼ਨਸ ਅਵੇਲੇਬਲ ਨੇ, ਸਾਨੂੰ ਮੀਨਵਾਈਲ ਤੁਸੀਂ ਉੱਥੇ ਸ਼ਿਫਟ ਕਰਾ ਦਿਓ, ਜਦੋਂ ਸਾਡਾ ਆਸ਼ਰਮ ਬਣੂਗਾ ਅਸੀਂ ਚਲੇ ਜਾਵਾਂਗੇ। ਇਹੀ ਗੱਲ ਚੱਲਦੀ ਰਹੀ। ਫਿਰ ਕੀ ਹੋਇਆ 19 ਸਤੰਬਰ ਨੂੰ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, 19 ਸਤੰਬਰ ਨੂੰ ਸਵੇਰੇ 7 ਵਜੇ ਇਹ ਸਾਰੇ ਲਾਭ ਲਸ਼ਕਰ ਲੈ ਕੇ ਆਪਣਾ SDM ਸਾਹਿਬ ਔਰ ਪੁਲਿਸ ਆ ਕੇ ਇਹਨਾਂ ਦੇ ਆਸ਼ਰਮ ਦੇ ਉੱਤੇ ਇਹਨਾਂ ਨੇ ਧਾਵਾ ਬੋਲ ਦਿੱਤਾ। ਔਰ ਜਿਹੜਾ ਟਾਈਮ ਕਿ ਲੋਕ ਸਵੇਰ ਦਾ ਕੰਮ ਕਰਦੇ ਨੇ, ਬਿਮਾਰ ਬੰਦੇ ਦਵਾਈ ਖਾ ਰਹੇ ਸੀਗੇ, ਇਹਨਾਂ ਨੂੰ ਉੱਥੇ ਜ਼ਬਰਦਸਤੀ ਹਟਾਉਣਾ ਸ਼ੁਰੂ ਕੀਤਾ। ਔਰ ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਇਹਨਾਂ ਦਾ ਫਾਲਟ ਹੈ ਰਿਹਾ, ਉਹਦੇ ਲਈ ਇਹਨਾਂ ਨੇ ਕੋਈ ਐਡਵਾਂਸ ਨੋਟਿਸ ਨਹੀਂ ਦਿੱਤਾ, ਨਾ ਇਹਨਾਂ ਨੇ ਕੋਈ ਇਹਨਾਂ ਲਈ ਅਕੋਮੋਡੇਸ਼ਨ ਦੀ ਤਿਆਰੀ ਕੀਤੀ। ਕਹਿਣ ਲਈ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਨਾਲ ਦਾ ਸਕੂਲ ਹੈ ਜਿਹੜਾ ਕਿ ਆਲਰੇਡੀ ਤੋੜਿਆ ਜਾਣਾ, ਉੱਥੇ ਜਿਹੜਾ ਜਰਜਰ ਹਾਲਤ 'ਚ ਹੈ, ਉੱਥੇ ਜਾ ਕੇ ਇਹਦੇ ਸਮਾਨ ਨੂੰ ਪਟਕਣਾ ਸ਼ੁਰੂ ਕਰਦਾ ਔਰ ਇਸ ਤਰ੍ਹਾਂ ਵਿਹਾਵ ਕੀਤਾ ਜਿਵੇਂ ਕਿ ਇਹ ਬੰਦੇ ਲੁਟੇਰੇ ਨੇ ਜਾਂ ਕੁਛ ਕ੍ਰਿਮੀਨਲਸ ਨੇ। ਇਹਨਾਂ ਸਮਾਨ ਜੋ ਘਰ ਦੀ ਬਿਲੋਂਗਿੰਗਸ ਨੇ ਥਰੋ ਕਰਨਾ ਸ਼ੁਰੂ ਕੀਤਾ ਅਤੇ ਉੱਧਰ ਸ਼ਿਫਟ ਕਰ ਦਿੱਤਾ। ਉਸ ਤੋਂ ਬਾਅਦ ਆਪਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਪਰੋਚ ਕੀਤਾ ਅਤੇ ਕੋਰਟ ਨੂੰ ਸਾਰੀ ਗੱਲ ਦੱਸੀ ਕਿ ਐਵੇਂ ਕਰਕੇ ਇਹਨਾਂ ਨਾਲ ਧੱਕਾ ਹੋ ਰਿਹਾ, ਅਤੇ ਕੋਰਟ ਨੇ ਉਹਦੇ ਉੱਤੇ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਇਮੀਡੀਏਟਲੀ ਸਟੇਟਸ ਕੋ ਕਰ ਦਿੱਤਾ। ਸਟੇਟਸ ਕੋ ਮਤਲਬ ਕਿ ਜੋ ਜਿੱਦਾਂ ਹੈ ਉੱਦਾਂ ਰਹਿਣ ਦਿਓ, ਅਤੇ ਇਹਨਾਂ 'ਤੇ ਜਵਾਬ ਮੰਗਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ। ਅਤੇ ਉਹਦੇ ਜਵਾਬ ਵਿੱਚ ਫਿਰ ਪਿਛਲੀ 27 ਤਰੀਕ ਨੂੰ ਇਹ ਮੈਟਰ ਕੋਰਟ 'ਚ ਲਿਸਟਡ ਸੀਗਾ, ਅਤੇ ਕੋਰਟ 'ਚ ਫਿਰ ਬਹਿਸ ਦੇ ਦੌਰਾਨ ਉਹਨਾਂ ਨੇ ਕਿਹਾ ਜੀ ਕਿ ਅਸੀਂ ਐਵੇਂ ਕਰਕੇ ਇਹਨਾਂ ਨੂੰ ਬਣਾ ਕੇ ਦੇਵਾਂਗੇ, ਜਿਹਦੇ ਵਿੱਚ ਅਸੀਂ ਆਪਣਾ ਪੱਖ ਰੱਖਿਆ ਕਿ ਦੇਖੋ ਅੱਜ ਤੱਕ ਟਿਲ ਡੇਟ ਇਹਨੇ ਨਾ ਤਾਂ ਕੋਈ ਸਾਨੂੰ ਲੀਜ਼ ਦਾ ਐਗਰੀਮੈਂਟ, ਕੋਈ ਅਲਾਟਮੈਂਟ ਲੈਟਰ, ਨਾ ਹੀ ਕੋਈ ਹੋਰ ਡਾਕੂਮੈਂਟ ਸਾਨੂੰ ਸਪਲਾਈ ਕੀਤਾ ਜਿਹਦੇ ਨਾਲ ਪਤਾ ਲੱਗੇ ਕਿ ਸਾਨੂੰ ਫਲਾਣ ਲੈਂਡ ਅਲਾਟ ਹੋਈ ਹੈ। ਸਿਰਫ ਔਰਲੀ ਹੋ ਰਿਹਾ ਹੈਗਾ। ਅਤੇ ਔਰ ਦੂਜੀ ਗੱਲ ਕਿ ਸਾਨੂੰ ਨਵੀਂ ਜਗ੍ਹਾ ਜਿਹੜੀ ਸ਼ਿਫਟ ਕੀਤਾ, ਉੱਥੇ ਨਾ ਤਾਂ ਉੱਥੇ ਫੈਸਿਲਿਟੀਜ਼ ਪੂਰੀਆਂ ਹੈਗੀਆਂ, ਨਾ ਪਾਣੀ ਪੀਣ ਨੂੰ ਚੰਗਾ, ਨਾ ਖਾਣ ਨੂੰ ਰਾਸ਼ਨ ਸਪਲਾਈ ਹੋ ਰਿਹਾ, ਨਾ ਕੋਈ ਮੈਡੀਕਲ ਇਕਵਿਪਮੈਂਟਸ, ਮੈਡੀਕਲ ਕਮੋਡਿਟੀਜ਼ ਸਪਲਾਈ ਕਰ ਰਹੇ ਨੇ, ਜਿਵੇਂ ਕਿ ਪੱਟੀਆਂ। ਇਹਨਾਂ ਦੇ ਜ਼ਖਮ ਹੁੰਦੇ ਨੇ, ਜ਼ਖਮਾਂ ਨੂੰ ਬੰਨ੍ਹਣ ਵਾਸਤੇ ਪੱਟੀਆਂ ਚਾਹੀਦੀਆਂ ਨੇ, ਡੇਲੀ ਚੇਂਜ ਹੁੰਦੀਆਂ, ਉਹ ਨਹੀਂ ਸਪਲਾਈ ਹੋ ਰਹੀਆਂ ਸੀਗੀਆਂ, ਨਾ ਡੈਟੋਲ, ਇਸ ਤਰ੍ਹਾਂ ਐਂਟੀਸੈਪਟਿਕਸ ਜੋ ਵੀ ਨੈਸੈਸਰੀ ਬੇਸਿਕ ਰਿਕੁਆਇਰਮੈਂਟ ਹੈ ਪ੍ਰਸ਼ਾਸਨ ਨੂੰ ਜਿਹੜੀ ਪੂਰੀ ਕਰਨੀ ਚਾਹੀਦੀ, ਉਹਨਾਂ ਨੇ ਕੁਛ ਨਹੀਂ ਕੀਤਾ। ਅਤੇ ਸਾਰੀ ਗੱਲ ਅਸੀਂ ਕੋਰਟ ਦੇ ਨੋਟਿਸ 'ਚ ਲਿਆਂਦੀ, ਅਤੇ ਹੁਣ ਜਿਹੜੀ ਗੱਲ ਰਹੀ ਕਿ ਨਵੀਂ ਜਗ੍ਹਾ ਬਣਨ ਬਾਰੇ ਅਸੀਂ ਦੱਸਿਆ ਕਿ ਸਾਨੂੰ ਤਾਂ ਕੋਈ ਨੌਲੇਜ ਨਹੀਂ ਐ ਸੱਚ ਇਹਦੇ ਬਾਰੇ ਕਿ ਨਵੀਂ ਜਗ੍ਹਾ ਸਾਡਾ ਆਸ਼ਰਮ ਬਣ ਰਿਹਾ। ਫਿਰ ਕੋਰਟ ਨੇ ਜਿਸ ਟਾਈਮ ਉਹਨਾਂ ਤੋਂ ਪੁੱਛਿਆ, ਉਹਨਾਂ ਨੇ ਕਿ ਨਹੀਂ ਜੀ ਕੇਸ ਬਣਾ ਰਹੇ ਹੈਗੇ ਨੇ। ਫਿਰ ਕੋਰਟ ਕਹਿੰਦੇ ਚਲੋ ਠੀਕ ਹੈ। ਫਿਰ ਕੋਰਟ ਨੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੁੰਦੀ ਹੈ ਜੀ, ਉਹਦੇ ਚੇਅਰਮੈਨ ਨੂੰ ਡਾਇਰੈਕਟ ਕੀਤਾ ਕਿ ਉਹ ਸਾਰੀ ਚੀਜ਼ ਦੇਖੂਗਾ, ਸਪੋਟ ਵਿਜ਼ਿਟ ਕਰੂਗਾ ਇਮੀਡੀਏਟਲੀ ਕਿ ਦੇਖੋ ਕਿਆ ਉੱਥੇ ਕੰਸਟਰਕਸ਼ਨ ਹੋ ਰਹੀ ਹੈ, ਕਿਆ ਲੈਂਡ ਅਲਾਟ ਹੋਈ ਹੈ। ਅਤੇ ਉਹਦੇ ਵਿੱਚ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਸਾਰੀ ਚੀਜ਼ ਰਿਪੋਰਟ ਬਣਾ ਕੇ ਭੇਜੂਗੇ ਹਾਈ ਕੋਰਟ ਨੂੰ ਹਰ 2 ਹਫ਼ਤੇ ਬਾਅਦ। ਕਿਆ ਇਹਨਾਂ ਲੋਕਾਂ ਨੂੰ ਖਾਣਾ ਪ੍ਰੋਪਰ ਮਿਲ ਰਿਹਾ, ਕਿਆ ਇਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਮਿਲ ਰਹੀਆਂ ਹੈਗੀਆਂ, ਕਿਆ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋ ਰਹੀ, ਕਿਆ ਜਿਹੜੀ ਬਿਲਡਿੰਗ ਬਣ ਰਹੀ ਹੈ, ਕਿਆ ਬਿਲਡਿੰਗ ਬਣ ਰਹੀ ਹੈ, ਅਗਰ ਬਣ ਰਹੀ ਹੈ ਕਿਆ ਉਹ ਠੀਕ ਹੈ, ਉਹਦੀ ਕੰਸਟਰਕਸ਼ਨ ਕੁਆਲਿਟੀ ਠੀਕ ਹੈ। ਇਹ ਸਾਰੀ ਚੀਜ਼ਾਂ ਨੂੰ ਬਣਾ ਕੇ ਇੱਕ ਹਰ 2 ਹਫ਼ਤੇ ਬਾਅਦ ਇਹ ਰਿਪੋਰਟ ਹਾਈ ਕੋਰਟ ਭੇਜੀ ਜਾਊਗੀ।
ਤਾਂ ਕਿ ਕੋਰਟ ਨੂੰ ਪਤਾ ਲੱਗਦਾ ਰਹੇ ਕਿ ਇਹਨਾਂ ਚੀਜ਼ਾਂ ਵਿੱਚ ਕੀ ਐਡਵਾਂਸਮੈਂਟ ਹੋ ਰਹੀ ਹੈ ਇਸ ਮੈਟਰ ਵਿੱਚ। ਕੋਰਟ ਨੇ ਇੱਕ ਚੀਜ਼ ਹੋਰ ਬੜੀ ਆਬਜ਼ਰਵ ਕੀਤੀ ਕਿ ਬੜੀ ਦੁੱਖ ਮੰਦਭਾਗੀ ਗੱਲ ਹੈ ਇਹ ਕਿ ਐਵੇਂ ਦੇ ਲੋਕਾਂ ਨਾਲ ਐਵੇਂ ਦਾ ਵਿਵਹਾਰ ਹੋ ਰਿਹਾ, ਜਦਕਿ ਜ਼ਿੰਮੇਵਾਰੀ ਤਾਂ ਇਹ ਬਣਦੀ ਸੀਗੀ ਸ਼ੁਰੂਆਤ ਵਿੱਚ ਹੀ ਨਾ ਲੋਕਾਂ ਨੂੰ ਫੈਸਿਲੀਟੇਟ ਕੀਤਾ ਜਾਂਦਾ, ਜੋ ਕਿ ਇਸ ਕੇਸ ਵਿੱਚ ਨਹੀਂ ਹੋਇਆ। ਔਰ ਇਸ ਕੋਰਟ ਨੇ ਸਟ੍ਰਿਕਟ ਵਿਊ ਕਰਦੇ ਵੀ ਕਿਹਾ ਕਿ ਅਸੀਂ ਇਸ ਕੇਸ ਨੂੰ ਜਨਵਰੀ ਦੇ ਫਸਟ ਵੀਕ 'ਚ ਰੱਖ ਰਹੇ ਹੋ ਤਾਂ ਕਿ ਜੋ ਲੋੜਵੰਦਾ ਜੋ ਕਾਰਵਾਈ ਹੋਊਗੀ ਅਸੀਂ ਕਰ ਸਕੀਏ, ਅਗਰ ਇਸ ਇਹਨਾਂ ਪ੍ਰੋਪਰਲੀ ਇਹਨਾਂ ਨੂੰ ਫੈਸਿਲੀਟੇਟ ਨਹੀਂ ਕਰਦੇ ਆ। ਤੇ ਵਕੀਲ ਸਾਹਿਬ ਜੇ ਅਸੀਂ ਗੱਲ ਕਰੀਏ ਕਿ ਕਹਿੰਦੇ ਨੇ ਕਿ ਪ੍ਰਸ਼ਾਸਨ ਕਹਿੰਦਾ ਕਿ ਇਹਨਾਂ ਨੂੰ ਇੱਕ ਅਮਾਊਂਟ ਹੈ ਉਹ ਦੇ ਦਿੱਤੀ ਗਈ, ਉਸ ਦਾ ਪੇ ਆਊਟ ਕਰ ਦਿੱਤਾ ਗਿਆ ਹੈ, ਕੰਸਟਰਕਸ਼ਨ ਵਰਕ ਹੈ ਉਹ ਸ਼ੁਰੂ ਹੋ ਚੁੱਕਾ ਹੈ। ਇਸ ਦੇ ਬਾਵਜੂਦ ਵੀ ਹੈ ਜੋ ਕੁਸ਼ਟ ਆਸ਼ਰਮ ਵਾਲੇ ਆ ਉਹ ਇਸ ਤਰ੍ਹਾਂ ਹੀ ਰੌਲਾ ਪਾ ਰਹੇ ਨੇ, ਅਸੀਂ ਤਾਂ ਆਪਣੇ ਵੱਲ ਤੇ ਸਭ ਕੁਝ ਕਰ ਰਹੇ ਨੇ। ਨਹੀਂ ਸਰ, ਐਸਾ ਸੱਚ ਕੁਝ ਨਹੀਂ ਹੈ ਜੀ। ਮੈਂ ਪਿਛਲੀ ਵਾਰ ਵੀ ਤੁਹਾਨੂੰ ਕਿਹਾ ਸੀ ਪ੍ਰੈਸ ਕਾਨਫਰੰਸ ਵਿੱਚ, ਕੋਈ ਵੀ ਇੱਦਾਂ ਦਾ ਡਾਕੂਮੈਂਟ ਹੋਵੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਣ ਕਿ ਸਾਨੂੰ ਉਹਨਾਂ ਨੇ ਕੰਪਨਸੇਸ਼ਨ ਦਿੱਤੀ ਹੈ ਜਾਂ ਕੋਈ ਐਵੇਂ ਦੇ ਅਮਾਊਂਟ ਟ੍ਰਾਂਸਫਰ ਕੀਤਾ ਹੈ, ਆਪਾਂ ਉਸ ਕੇਸ ਤੋਂ ਬਾਹਰ ਹੋ ਜਾਵਾਂਗੇ। ਇਹ ਜੇ ਡਾਕੂਮੈਂਟ ਹੈ ਤੁਸੀਂ ਕੋਰਟ ਦੇ ਵਿੱਚ ਜਾ ਕੇ ਪੁੱਛੇ ਕਿ ਕੋਈ ਡਾਕੂਮੈਂਟ ਐਵੀਡੈਂਸ ਹੈ ਤਾਂ ਦਿਓ। ਸਰ ਸਾਡੀ ਰਿਟ ਦਾ ਮੇਨ ਕੰਟੈਂਸ਼ਨ ਇਹ ਸੀਗੀ ਕਿ ਫਾਲਸ ਅਵਰਮੈਂਟਸ ਲਗਾ ਰਹੇ ਨੇ, ਫਾਲਸਲੀ ਅਲੈਜ ਕਰ ਰਹੇ ਨੇ, ਲੋਕਾਂ 'ਚ ਰੌਲਾ ਪਾ ਰਹੇ ਨੇ ਕਿ ਅਸੀਂ ਇਹਨਾਂ ਨੂੰ ਪੈਸੇ ਦਿੱਤੇ, ਜਦਕਿ ਔਨ ਰਿਕਾਰਡ ਕੁਝ ਨਹੀਂ ਹੈ। ਜਦਕਿ ਅਸੀਂ ਆਪਣੀ ਚਿੱਠੀਆਂ ਲਗਾਈਆਂ ਉੱਥੇ ਕੋਰਟ ਵਿੱਚ, ਅਨੈਕਸਚਰਸ ਲਗਾਏ ਨੇ ਕਿ ਦੇਖੋ ਜੀ ਅਸੀਂ ਬਾਰ-ਬਾਰ ਕਹਿ ਰਹੇ ਨੇ ਕਿ ਸਾਨੂੰ ਤਾਂ ਪੈਸਾ ਚਾਹੀਦਾ ਹੀ ਨਹੀਂ ਹੈ, ਸਾਨੂੰ ਤਾਂ ਤੁਸੀਂ ਜਗ੍ਹਾ ਬਣਾ ਕੇ ਦੇ ਦਿਓ, ਅਸੀਂ ਪੈਸੇ ਦਾ ਕੀ ਕਰਨਾ, ਅਸੀਂ ਤਾਂ ਖੁਦ ਡਿਸੇਬਲਡ ਬੰਦੇ ਨੇ, ਅਸੀਂ ਤਾਂ ਕੰਮ ਕਰਵਾ ਹੀ ਨਹੀਂ ਸਕਦੇ, ਅਸੀਂ ਤਾਂ ਲੋਕ ਤੇ ਦਾਨ ਦਖਿਆਣਾ ਦੇ ਉੱਤੇ ਬੇਸਡ ਆਪਣਾ ਡਿਪੈਂਡੈਂਟ ਨੇ, ਅਸੀਂ ਪੈਸੇ ਦਾ ਕੀ ਕਰਨਾ। ਵਕੀਲ ਸਾਹਿਬ ਜਦੋਂ ਤੁਸੀਂ ਕੋਰਟ ਦੇ ਵਿੱਚ ਗਏ ਬਹਿਸ ਕੀਤੀ ਹੈ ਤਾਂ ਉੱਥੇ ਪ੍ਰਸ਼ਾਸਨ ਹੈ ਉਹਨੇ ਵੀ ਆਪਣੇ ਪੱਖ ਰੱਖੇ ਹੋਣੇ ਹੈ, ਕਿਹੜੇ ਮੇਨ ਪੱਖਾਂ ਦੇ ਉੱਤੇ ਡਿਸਕਸ਼ਨ ਹੋਈ ਹੈ? ਸਰ ਦੇਖੋ, ਜਿਸ ਟਾਈਮ ਪਹਿਲੀ ਵਾਰ ਬਹਿਸ ਹੋਈ ਹੈ ਤਾਂ ਉਹਨਾਂ ਨੇ ਕੋਰਟ 'ਚ ਬੋਲਿਆ ਜੀ ਨਹੀਂ ਜੀ ਅਸੀਂ ਇੱਦਾਂ ਕੁਛ ਨਹੀਂ, ਅਸੀਂ ਇਹਨਾਂ ਨੂੰ ਅਕੋਮੋਡੇਟ ਕਰ ਰਹੇ ਨੇ, ਅਸੀਂ ਜ਼ਮੀਨ ਦੇ ਦਿੱਤੀ ਹੈ। ਕੋਰਟ ਨੇ ਇਮੀਡੀਏਟਲੀ ਪੁਆਇੰਟ ਆਊਟ ਕੀਤਾ ਹਾਂ ਵੀ ਲਿਆਓ ਜ਼ਮੀਨ ਦੇ ਕਾਗਜ਼ ਕਿੱਥੇ ਨੇ, ਕਿਉਂਕਿ ਅਸੀਂ ਜਿਹੜਾ ਰਿਟ ਫਾਈਲ ਕਰਦੇ ਨੇ ਇੱਕ ਐਡਵਾਂਸ ਕਾਪੀ ਦਿੰਦੇ ਨੇ, ਉਹਨਾਂ ਕੋਲ ਰਿਟ ਪਹਿਲੀ ਦੇ ਦਿੱਤੀ ਸੀਗੀ, ਜੇ ਜਵਾਬ ਫਾਈਲ ਕਰਨਾ ਉਹਨੇ ਪਹਿਲੀ ਤਰੀਕ ਤੇ ਦੇ ਸਕਦੇ ਸੀਗੇ, ਤੇ ਉਹ ਕਹਿੰਦੇ ਜੀ ਸਰ ਇੱਦਾਂ ਦਾ ਡਾਕੂਮੈਂਟ ਸਾਡੇ ਕੋਲ ਹੈ ਨਹੀਂ। ਤਾਂ ਕੋਰਟ ਕਹਿੰਦੇ ਫਿਰ ਤੁਸੀਂ ਇਹ ਕਿਉਂ ਕਹਿ ਰਹੇ ਹੋ, ਤੁਸੀਂ ਰਿਕਾਰਡ 'ਤੇ ਪੇਸ਼ ਕਰੋ। ਉਸ ਤੋਂ ਬਾਅਦ ਕੋਰਟ ਨੇ ਜਿਵੇਂ ਸਟੇਟਸ ਕੋ ਆਰਡਰ ਪਾਸ ਕੀਤਾ, ਇਸ ਤਾਰੀਖ ਨੂੰ ਆ ਕੇ ਉਹਨਾਂ ਨੇ ਇੱਕ ਜਵਾਬ ਫਾਈਲ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਐਵੇਂ ਕਰਕੇ ਅਸੀਂ ਕੰਸਟਰਕਸ਼ਨ ਸ਼ੁਰੂ ਕਰ ਦਿੱਤੀ ਹੈ ਜੀ, ਤੇ ਇੱਕ ਕਾਪੀ ਲਗਾ ਦਿੱਤੀ ਗਈ ਉਹਨਾਂ ਨੇ ਕਿ ਜੀ ਇਹ ਕੰਸਟਰਕਸ਼ਨ ਵਰਕ ਦਾ ਸਾਡੇ ਕੋਲ ਆਰਡਰ ਆ ਗਿਆ, ਠੀਕ ਹੈ ਜੀ, ਇਹ ਚੀਜ਼ ਕਹੀ। ਤਾਂ ਕੋਰਟ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੀ ਪ੍ਰੂਫ ਹੈਗਾ, ਕਹਿੰਦੇ ਇਹ ਫੋਟੋਆਂ ਕਹਿੰਦੇ ਕਿਤੇ ਹੋਰ ਦੀਆਂ ਵੀ ਹੋ ਸਕਦੀਆਂ ਨੇ, ਠੀਕ ਨੇ। ਉਹ ਕਹਿੰਦੇ ਨਹੀਂ ਸਰ ਉਹੀ ਹੈ ਜੀ, ਅਸੀਂ ਬਸ ਸਟੇਟਮੈਂਟ ਦੇ ਰਹੇ ਹਾਂ ਔਨ ਰਿਕਾਰਡ। ਦੇਅਰ ਆਫਟਰ ਅਸੀਂ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਕਿ ਜਨਾਬ ਕਿ ਸਾਡੀ ਨੌਲੇਜ ਦਾ ਕੁਝ ਨਹੀਂ ਹੈ, ਨਾ ਹੀ ਨਹੀਂ ਸਾਨੂੰ ਆਪਣੇ ਉਹਦੇ ਵਿੱਚ ਕੰਸੈਂਟ ਵਿੱਚ ਸਾਡੇ ਨਾਲ ਸਾਡੀ ਕੰਸੈਂਟ ਲਈ ਕੰਸਟਰਕਸ਼ਨ ਸ਼ੁਰੂ ਕਰਨੇ ਵਕਤ, ਤੇ ਅਸੀਂ ਇਹਨਾਂ ਨੂੰ ਆਲਰੇਡੀ ਇੱਕ ਨਕਸ਼ਾ ਸਪਲਾਈ ਕਰ ਚੁੱਕੇ ਆ ਜਿਹੜੇ ਕਿ ਸਾਡੀ ਜ਼ਰੂਰਤ ਦੇ ਮੁਤਾਬਿਕ ਹੈ। ਔਰ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਹੈਗਾ ਕਿ ਅਗਰ ਮੰਨ ਲਓ ਤੁਹਾਡੇ ਕੋਲ ਪੈਸਾ ਘੱਟ ਹੈਗਾ ਤਾਂ ਉਹਨੇ ਪੈਸੇ ਜਿੰਨਾ ਬਣਦਾ ਹੈ ਸਾਨੂੰ ਉਹਨਾਂ ਬਣਾ ਕੇ ਦੇ ਦਿਓ, ਸੋ ਦੈਟ ਕਿ ਕੱਲ੍ਹ ਅਸੀਂ ਜਿਵੇਂ ਵੀ ਦਾਨ ਦਖਣਾ ਆਉਂਦੀ ਹੈ ਕੋਈ ਦਾਨੀ ਸੱਜਣ ਦੀ ਹੈਲਪ ਦੇ ਨਾਲ ਅੱਗੇ ਉਹਨੂੰ ਵਧਾ ਸਕੀਏ, ਉਹ ਸਾਡਾ ਜਿਹੜੀ ਜ਼ਰੂਰਤ ਆ ਪੂਰੀ ਹੋ ਸਕੇ। ਤੇ ਵਕੀਲ ਸਾਹਿਬ ਇੱਕ ਲੀਜ਼ ਦੀ ਗੱਲ ਕਰਦੇ ਆ, ਜੋ ਲੀਜ਼ ਹੈ ਉਸ ਦਾ ਵੀ ਐਗਰੀਮੈਂਟ ਹੋ ਚੁੱਕਿਆ ਹੈ ਕਿ BBM ਵੀ ਆਪਣਾ ਲੀਜ਼ ਦੇ ਡਾਕੂਮੈਂਟ ਉੱਥੇ ਕੋਰਟ ਦੇ ਵਿੱਚ ਪੇਸ਼ ਕਰ ਪਾਈ ਹੈ, ਇਹਨਾਂ ਦੇ ਜੋ ਇਹਨਾਂ ਦੇ ਵਕੀਲ ਹੈ ਜਾਂ ਆਪਣਾ ਪੱਖ ਇਹਨਾਂ ਨੇ ਕਿਵੇਂ ਰੱਖਿਆ BBM? ਸਰ BBM ਦੀ ਤਰਫ ਤੋਂ ਇਸ ਤਰੀਕ ਤੇ ਉਹਨਾਂ ਦਾ ਵਕੀਲ ਸਾਹਿਬ ਪੇਸ਼ ਨਹੀਂ ਹੋਏ, ਨਾ ਹੀ ਉਹਨਾਂ ਨੇ ਕੋਈ ਜਵਾਬ ਦਿੱਤਾ, ਬਟ PWD ਨੇ ਆ ਕੇ ਉੱਥੇ ਪੇਸ਼ ਹੋ ਕੇ ਕਿਹਾ ਕਿ ਨਹੀਂ ਜੀ ਇਹਨਾਂ ਨੂੰ ਅਲਾਟਮੈਂਟ ਹੋ ਗਈ ਹੈ ਤੇ ਸਾਡੇ ਕੋਲ ਕਾਗਜ਼ ਹੈਗੇ ਨੇ ਤੇ ਅਸੀਂ ਉਸ ਬੇਸ ਦੇ ਉੱਤੇ ਕੰਸਟਰਕਸ਼ਨ ਕਰ ਰਹੇ ਨੇ। ਹੁਣ ਦੇਖੋ ਇਸ ਤਰ੍ਹਾਂ ਹੈ, ਸਾਡੀ ਲੀਗਲੀ ਇਹ ਪ੍ਰੈਪੋਜੀਸ਼ਨ ਹੁੰਦੀ ਹੈ, ਅਗਰ ਤੁਸੀਂ ਕਿਸੇ ਫੈਕਟ ਨੂੰ ਡਿਨਾਈ ਨਹੀਂ ਕਰਦੇ, ਤੁਸੀਂ ਕਿਸੇ ਗੱਲ ਨੂੰ ਮੁੱਕਰਦੇ ਨਹੀਂ ਹੈ ਤੇ ਇਨ ਕੇਸ ਤੁਸੀਂ ਐਡਮਿਟ ਕਰ ਦਿਓ। ਹੁਣ ਇਹ ਨਵੀਂ ਇਹਦੇ 'ਚ ਇਹ ਡਿਵੈਲਪਮੈਂਟ ਆ ਗਈ ਹੈ ਕਿ ਹੁਣ BBM ਵੀ ਮੁੱਕਰ ਨਹੀਂ ਸਕਦੀ ਕਿ ਅਸੀਂ ਨਾ ਅਲਾਟਮੈਂਟ ਨਹੀਂ ਕਰਨੀ। ਉਹਨਾਂ ਨੇ ਇੰਪਲਾਈਡਲੀ ਕੰਸੈਂਟ ਦੇ ਦਿੱਤੀ ਹੈਗੀ, ਚੁੱਪ ਕਰਕੇ ਕੰਸੈਂਟ ਦੇ ਦਿੱਤੀ ਕਿ ਨਹੀਂ ਠੀਕ ਹੈ ਅਸੀਂ ਅਲਾਟਮੈਂਟ ਕਰ ਦਿੱਤੀ ਹੈ, ਬਟ ਐਕਚੁਅਲ ਵਿੱਚ ਟਿਲ ਡੇਟ ਕੋਈ ਡਾਕੂਮੈਂਟ ਸਪਲਾਈ ਨਹੀਂ ਹੋਇਆ, ਸਾਡੀ ਨੌਲੇਜ 'ਚ ਨਹੀਂ ਹੈ, ਬਟ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਹੈ ਜੀ ਸਾਡੇ ਕੋਲ ਫਲਾਂ ਪੇਪਰ ਹੈਗਾ ਹੈ ਜਿਹਦੇ 'ਚ ਸਾਨੂੰ 2 ਨਹਿਰਾਂ ਦੇ ਵਿੱਚ ਫਲਾਂ ਜਗ੍ਹਾ ਦੇ ਦਿੱਤੀ ਹੈ, ਉਹਦੀ ਕੋਈ ਮੇਜਰਮੈਂਟ ਨਹੀਂ ਹੈ, ਕੋਈ ਕੁਛ ਨਹੀਂ ਹੈ, ਉਹ ਸਿਰਫ ਹਵਾ 'ਚ ਹੀ ਹੈ। ਬਟ ਉਸ ਚੀਜ਼ ਨੂੰ ਬੇਸ ਬਣਾ ਕੇ PW ਨੇ ਕੰਟੈਂਸ਼ਨਸ ਕੋਰਟ 'ਚ ਪੇਸ਼ ਕਰ ਦਿੱਤੀ, ਨਹੀਂ ਜੀ ਅਸੀਂ ਉੱਤੇ ਵਰਕ ਵੀ ਸਟਾਰਟ ਕਰ ਦਿੱਤਾ। ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੇਸ ਪਹੁੰਚ ਗਿਆ ਇਸ ਸਟੇਜ ਤੇ ਇੱਕ ਚੇਅਰਮੈਨ ਕਹਿ ਸਕਦੇ ਆਪਾਂ ਸੈਸ਼ਨ ਜੱਜ ਦੀ ਨਿਗਰਾਨੀ ਦੇ ਵਿੱਚ ਕੰਮ ਹੋਏਗਾ ਤਾਂ ਕਿਤੇ ਨਾ ਕਿਤੇ ਜੋ ਕੁਸ਼ਟ ਆਸ਼ਰਮ ਦੇ ਵਸਨੀਕ ਨੇ ਉਹਨਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ? ਹਾਂਜੀ ਸਰ, ਬਿਲਕੁਲ ਜੀ ਬਿਲਕੁਲ। ਦੇਖੋ ਆਨਰੇਬਲ ਕੋਰਟ ਦਾ ਮੈਂ ਬਹੁਤ ਹੀ ਥੈਂਕਫੁਲ ਹੈਗਾ ਜੀ ਕਿ ਉਹਨਾਂ ਨੇ ਐਕਟ ਕੀਤਾ ਹੈ ਜੀ ਕਿ ਜਿਹੜਾ ਉਹਨਾਂ ਨੇ ਸੈਸ਼ਨ ਜੱਜ ਨੂੰ ਇਹਨਾਂ ਸੁਪਰਵਾਈਜ਼ਰ ਬਣਾ ਦਿੱਤਾ ਹੈ। ਹੁਣ ਕੀ ਹੈਗਾ ਕਿ ਹਰ ਚੀਜ਼ ਦੀ ਰਿਪੋਰਟ ਹਾਈ ਕੋਰਟ ਸਾਡੇ ਬਿਨਾਂ ਦੱਸੇ ਹੀ ਹਾਈ ਕੋਰਟ ਦੀ ਨੌਲੇਜ ਹੋਊਗੀ ਔਰ ਕੋਰਟ ਆਪਣੇ ਆਪ ਹੀ ਸਾਰੀ ਚੀਜ਼ ਨੂੰ ਮੋਨੀਟਰ ਕਰੂਗਾ। ਹੁਣ ਇਹਨਾਂ ਬੰਦਿਆਂ ਨਾਲ ਖਾਸ ਕਰ ਕੋਈ ਧੱਕਾ ਨਹੀਂ ਹੋ ਸਕਦਾ, ਇਹਨਾਂ ਜ਼ਿਆਦਤੀ ਨਹੀਂ ਹੋ ਸਕਦੀ ਕਿਉਂਕਿ ਕੋਰਟ ਨੇ ਸਾਰੀ ਚੀਜ਼ ਆਪਣੀ ਸੁਪਰਵਿਜ਼ਨ 'ਚ ਰੱਖ ਲਿਆ। ਹੁਣ ਚੀਜ਼ਾਂ ਸਿੱਧੀਆਂ ਕੋਰਟ ਦੇ ਹੱਥ 'ਚ ਨੇ, ਹੁਣ ਕੋਰਟ ਨੂੰ ਪਲ ਪਲ ਦੀ ਖਬਰ ਹੋਊਗੀ ਇੱਥੇ ਕੀ ਐਡਵਾਂਸਮੈਂਟ ਹੋ ਰਹੀ ਹੈ। ਅਗਰ ਮੰਨ ਲਓ ਛੋਟੀ ਜਿਹੀ ਵੀ ਪ੍ਰੋਬਲਮ ਹੁੰਦੀ ਹੈ ਤਾਂ ਕੋਰਟ ਇਮੀਡੀਏਟਲੀ ਐਕਸ਼ਨ ਲਊਗਾ। ਤੇ ਜੇ ਅਸੀਂ ਗੱਲ ਕਰੀਏ ਤਾਂ ਜੋ ਕੁਸ਼ਟ ਆਸ਼ਰਮ ਦੇ ਵਸਨੀਕ ਨੇ ਉਹ ਆਪਣੀ ਲੜਾਈ ਜਿੱਤਣ ਦੇ ਵਿੱਚ ਪਹੁੰਚ ਗਏ ਨੇ। ਬਿਲਕੁਲ ਬਿਲਕੁਲ ਸਰ, ਉਹ ਜਿੱਤ ਚੁੱਕੇ ਨੇ, ਲਗਭਗ ਜਿੱਤ ਚੁੱਕੇ ਨੇ, ਉਹ ਜਿੱਤ ਚੁੱਕੇ ਨੇ। ਤੇ
ਹੁਣ ਆਪਾਂ ਕਹਿ ਸਕਦੇ ਨੇ ਕਿ ਹੁਣ ਇੱਕ ਤਰ੍ਹਾਂ ਪੂਰੀ ਤਰ੍ਹਾਂ ਵਿਕਟਰੀ ਹੈ ਜੀ। ਤੇ ਬਾਕੀ ਲੈਟਸ ਸੀ ਜੀ ਕਿ ਸਮੇਂ ਨਾਲ ਕੀ ਆਉਂਦਾ ਜੀ ਅੱਗੇ ਤੇ ਇੱਕ ਸਰ ਹੋਰ ਜਾਣਨਾ ਚਾਹਾਂਗੇ, ਕਿਉਂਕਿ ਇਸ ਕੇਸ ਦੇ ਵਿੱਚ ਤੁਸੀਂ ਸ਼ੁਰੂ ਤੋਂ ਡੀਲ ਕਰ ਰਹੇ ਹੋ, ਜਿਸ ਤਰ੍ਹਾਂ ਕੁਛ ਆਸ਼ਰਮ ਦੇ ਵਸਨੀਕਾਂ ਨਾਲ ਉਸ ਸਮੇਂ ਜਿਹਦਾ ਐਲੀਗੇਸ਼ਨ ਵੀ ਲੱਗ ਰਿਹਾ, ਮੀਡੀਆ 'ਚ ਵੀ ਖਬਰ ਆਈਆਂ ਕਿ ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਨੂੰ ਜ਼ਬਰਦਸਤੀ ਉੱਥੋਂ ਕੱਢਿਆ ਗਿਆ। ਕਿ ਜੋ ਪ੍ਰਸ਼ਾਸਨਿਕ ਅਧਿਕਾਰੀ ਹੈ ਜਾਂ ਪੁਲਿਸ ਹੈ ਉਹਨਾਂ ਉੱਤੇ ਵੀ ਗਾਜ ਗਿਰ ਸਕਦੀ ਹੈ? ਸਰ ਦੇਖੋ, ਇਹਦੇ 'ਚ ਇਸ ਤਰ੍ਹਾਂ ਹੈ ਕਿ ਅਸੀਂ ਕੋਰਟ ਦੀ ਨੌਲੇਜ ਗੱਲ ਲਿਆਂਦੀ ਹੈ ਕਿ ਐਵੇਂ ਕੀਤਾ, ਔਰ ਕੋਰਟ ਨੇ ਬੜਾ ਹੈ ਚੰਗੀ ਬੁਰੀ ਤਰ੍ਹਾਂ ਲਤਾੜਿਆ ਇਹਨਾਂ ਨੂੰ। ਉਹਦੇ ਵਕੀਲ ਨੂੰ ਕਿਹਾ ਕਿ ਇਹਨਾਂ ਨੂੰ ਸਮਝਾਓ ਕਿ ਤੁਹਾਨੂੰ ਐਵੇਂ ਦਾ ਕਰਦੇ ਹੋਏ ਤੁਹਾਡਾ ਮਨ ਨਹੀਂ ਪਸੀਜਿਆ ਕਿ ਐਵੇਂ ਦੇ ਲੋਕਾਂ ਤੁਸੀਂ ਕਿਵੇਂ ਕਰ ਸਕਦੇ ਹੋ, ਤੁਸੀਂ ਇਨਹਿਊਮਨ ਬਿਹੇਵੀਅਰ ਕਿਵੇਂ ਕਰ ਸਕਦੇ ਹੋ। ਕੋਰਟ ਨੇ ਉਹਨਾਂ ਨੂੰ ਵਾਰਨ ਕੀਤਾ ਕਿ ਐਵੇਂ ਦੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ। ਔਰ ਮੈਂ ਫਿਰ ਰਿਪੀਟ ਉਹੀ ਕਰ ਰਿਹਾ ਹੈਗਾ, ਇਸੇ ਕਰਕੇ ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਸੈਸ਼ਨ ਜੱਜ ਨੂੰ ਡਿਊਟੀ ਲਗਾ ਦਿੱਤੀ ਹੈ ਕਿ ਨਹੀਂ, ਇਹਨਾਂ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ। ਔਰ ਕੋਰਟ ਨੇ ਬੜੀ ਡਿਟੇਲਡ ਫਾਈਂਡਿੰਗ ਦਿੱਤੀ ਹੈ ਤੇ ਕੋਰਟ ਨੇ ਇਹ ਵੀ ਕਿਹਾ ਹੈ ਕੱਲ੍ਹ ਨੂੰ ਅਗਰ ਮੰਨ ਲਓ ਕੋਈ ਦਿੱਕਤ ਆਈ ਹੈ ਤਾਂ ਆਪਾਂ ਉਹਦੇ ਸਟ੍ਰਿਕਟ ਐਕਸ਼ਨ ਲਵਾਂਗੇ। ਚੀਜ਼ ਮੈਂ ਹੋਰ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਹੈਗਾ ਕਿ ਹਾਈ ਕੋਰਟ ਦੇ ਆਰਡਰਸ ਨੂੰ ਕੰਪਲਾਈ ਕਰਦੇ ਹੋਏ ਸੈਸ਼ਨ ਜੱਜ ਸਾਹਿਬ ਨੇ ਆਲਰੇਡੀ ਆਸ਼ਰਮ ਨੂੰ ਵਿਜ਼ਿਟ ਕੀਤਾ ਤੇ ਉੱਥੇ ਦੇ ਲੋਕਾਂ ਤੇ ਉਹਦੀ ਜੋ ਉਹਨਾਂ ਨੂੰ ਦਿੱਕਤਾਂ ਹੈ ਉਹਦੇ ਬਾਰੇ ਪੁੱਛਿਆ ਤੇ ਉਹਨਾਂ ਨੂੰ ਕੀ ਮੰਨ ਲਓ ਉਹਦੀ ਕੀ ਜ਼ਰੂਰਤਾਂ ਨੇ ਔਰ ਉਹਨਾਂ ਨੂੰ ਕੀ ਹੋਰ ਇਹਨਾਂ ਚਾਹੀ ਫੈਸਿਲਿਟੀ ਚਾਹੀਦੀਆਂ ਉਹ ਸਾਰੇ ਬਾਰੇ ਉਹਦੇ ਪੁੱਛਤਾਛ ਕੀਤੀ, ਉਹਦੀ ਰਿਪੋਰਟ ਬਣਾਈ ਹੈ। ਉਹਨਾਂ ਨੇ ਅਲੈਜਡ ਸਾਈਟ ਦੇ ਉੱਤੇ ਵੀ ਵਿਜ਼ਿਟ ਕੀਤਾ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਕੰਸਟਰਕਸ਼ਨ ਹੋ ਰਹੀ ਹੈ ਤੇ ਉਹ ਕਹਿੰਦੇ ਨੇ ਕਿ ਹੁਣ ਸਾਰੀ ਰਿਪੋਰਟ ਬਣਾ ਕੇ ਹਾਈ ਕੋਰਟ ਭੇਜਣਗੇ ਤੇ ਉਹਨਾਂ ਨੇ ਨਾਲ ਹੀ ਅਸ਼ੋਰ ਕੀਤਾ ਹੈ ਕਿ ਉਹਨਾਂ ਨਾਲ ਕੋਈ ਵੀ ਧੱਕਾ ਪਰੇਸ਼ਾਨੀ ਨਹੀਂ ਹੋਊਗੀ। ਤੇ ਜੋ ਉਹਨਾਂ ਨੂੰ ਇਸ ਵੇਲੇ ਪਰੇਸ਼ਾਨੀ ਆ ਰਹੀ ਆ ਉਸ ਦੇ ਲਈ ਵੀ ਕੋਈ ਆਦੇਸ਼ ਸੈਸ਼ਨ ਜੱਜ ਨੇ ਕੀਤੇ ਨੇ ਕਿ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ? ਸਰ ਦੇਖੋ, ਐਜ਼ ਪਰ ਮਾਈ ਨੌਲੇਜ ਉਹਨਾਂ ਨੂੰ ਸਾਰਾ ਦੱਸਤਾ ਤੇ ਉਹਨਾਂ ਨੇ ਅਸ਼ੋਰ ਕੀਤਾ ਕਿ ਉਹਨਾਂ ਨੂੰ ਅੱਗੇ ਤੋਂ ਕੋਈ ਦਿੱਕਤ ਨਹੀਂ ਆਊਗੀ ਤੇ ਕੋਈ ਵੀ ਚੀਜ਼ ਹੋਈ ਹੈ ਦਿੱਕਤ ਹੋਈ ਤਾਂ ਉਹਨਾਂ ਨੂੰ ਰਿਡਰੈਸ ਕਰਨਗੇ। ਜੀ ਬਿਲਕੁਲ, ਇਹ ਸੀਗੇ ਸਾਡੇ ਨਾਲ ਪੰਜਾਬ ਐਂਡ ਹਾਈ ਕੋਰਟ ਦੇ ਜੋ ਵਕੀਲ ਨੇ ਐਡਵੋਕੇਟ ਵਨੀਤ ਕੁਮਾਰ ਜੀ ਸਾਡੇ ਨਾਲ ਮੌਜੂਦ ਸੀਗੇ। ਜਿਵੇਂ ਕਿ ਕੁਸ਼ਟ ਆਸ਼ਰਮ ਦੇ ਕੇਸ ਨੂੰ ਇਹ ਸ਼ੁਰੂ ਤੋਂ ਹੀ ਦੇਖ ਰਹੇ ਨੇ, ਲੜ ਰਹੇ ਨੇ ਉਹਨਾਂ ਵਾਸਤੇ ਤੇ ਕਿਤੇ ਨਾ ਕਿਤੇ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਦਾ ਮੰਨਣਾ ਹੈ ਕਿ ਕੁਸ਼ਟ ਆਸ਼ਰਮ ਦੇ ਜੋ ਵਸਨੀਕ ਨੇ ਆਪਣੀ ਲੜਾਈ ਲਗਭਗ ਜਿੱਤ ਚੁੱਕੇ ਨੇ, ਕਿਉਂਕਿ ਸੈਸ਼ਨ ਜੱਜ ਦੀ ਨਿਯੁਕਤੀ ਹੋ ਗਈ ਹੈ। ਉਹ ਪ੍ਰੋਪਰ ਮੋਨੀਟਰ ਕਰੂੰਗੇ ਕਿਸ ਤਰ੍ਹਾਂ ਕੰਮ ਹੋ ਰਿਹਾ ਹੈ, ਕਿਸ ਤਰ੍ਹਾਂ ਇਹਨਾਂ ਦਾ ਧਿਆਨ ਰੱਖਿਆ ਜਾ ਰਿਹਾ। ਇਸ ਦੇ ਨਾਲ ਹੀ ਵੱਡੀ ਗੱਲ ਕਿ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਝਾੜਾਂ ਪਾਈਆਂ ਨੇ, ਕਿਉਂਕਿ ਜਿਸ ਦੇ ਚੱਲਦੇ ਹੋਏ ਕੁਛ ਆਸ਼ਰਮ ਦੇ ਵਸਨੀਕਾਂ ਨੂੰ ਉਸ ਜਗ੍ਹਾ ਉੱਤੋਂ ਕੱਢਿਆ ਗਿਆ ਤੇ ਉਹਨਾਂ ਦੇ ਜੋ ਪ੍ਰੋਪਰ ਇੰਤਜ਼ਾਮ ਆ ਉਹ ਨਹੀਂ ਕੀਤੇ ਗਏ। ਇਸੇ ਤਰ੍ਹਾਂ ਜੋ ਅਗਲੀ ਅਪਡੇਟ ਸਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹੈ ਤੇ ਇੱਕ ਵੱਡੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਸੈਸ਼ਨ ਜੱਜ ਹੈ ਉਹਨਾਂ ਨੇ ਪਿਛਲੇ ਹਫਤੇ ਕੁਸ਼ਟ ਆਸ਼ਰਮ ਦਾ ਵਿਜ਼ਿਟ ਵੀ ਕਰ ਲਿਆ। ਇਸੇ ਤਰ੍ਹਾਂ ਜੋ ਕੁਸ਼ਟ ਆਸ਼ਰਮ ਦੇ ਨਾਲ ਸੰਬੰਧਿਤ ਅਪਡੇਟ ਨੇ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ। ਧੰਨਵਾਦ।